सत श्री अकाल। मैं सुखपाल सिंह आदीवाल। तुसी देख रहे हो सांझ पंजाब दी टीवी। सांझ पंजाब दी टीवी ते अज असी खास गलबात करन जा रहे हैं किरती किसान यूनियन दे सूबा मीत प्रधान रजिंदर सिंह दीप सिंह वाला जी नाल। आओ उन्हां नाल करदे हां गलबात। सत श्री अकाल जी। सत श्री अकाल जी। ਬਾਈ ਜੀ ਅੱਜ ਦੇ ਕੀ ਹਾਲਾਤ ਆ ਦਿੱਲੀ ਦੇ ਜਿਹੜੇ ਸੰਘਰਸ਼ ਮੋਰਚਾ ਜਿਹੜਾ ਉੱਥੇ ਪਿਛਲੇ 4 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ, ਅੱਜ ਦੇ ਹਾਲਾਤ ਕੀ ਆ? ਤਾਜ਼ਾ ਹਾਲਾਤ ਕੀ ਹੈ? ਦੇਖੋ, ਇਹ ਮੂਵਮੈਂਟ ਜਿਹੜੀ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਹੈ। ਜਦੋਂ 26 ਨਵੰਬਰ ਨੂੰ ਉੱਥੇ ਮੋਰਚਾ ਸ਼ੁਰੂ ਹੋਇਆ ਤਾਂ ਸਿਰਫ ਪੰਜਾਬ ਦੀ ਮੂਵਮੈਂਟ ਸੀ, ਜਾਂ ਪੰਜਾਬ ਦੇ ਨਾਲ ਉਸ ਤੋਂ ਬਾਅਦ ਹਰਿਆਣਾ ਆਇਆ। ਹੁਣ ਇਹ ਦੇਸ਼ ਦੇ 20 ਸੂਬਿਆਂ 'ਚ ਮੂਵਮੈਂਟ ਜਿਹੜੀ ਹੈ ਫੈਲ ਚੁੱਕੀ ਹੈ ਔਰ 26 ਮਾਰਚ ਨੂੰ ਪੂਰੇ ਦੇਸ਼ ਦੇ ਵਿੱਚ ਯਾਨੀ ਕਿ ਬੰਦ ਦਾ ਸੱਦਾ ਦਿੱਤਾ ਗਿਆ, ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਔਰ 26 ਮਾਰਚ ਦਾ ਜਿਹੜਾ ਭਾਰਤ ਬੰਦ ਆ ਉਹ BJP ਸਰਕਾਰ ਨੂੰ ਹਿਲਾ ਕੇ ਰੱਖ ਦੂਗਾ, ਕਿਉਂਕਿ 27 ਮਾਰਚ ਤੋਂ ਜਿਹੜੀਆਂ 5 ਸੂਬਿਆਂ ਦੇ ਵਿੱਚ ਜਿਹੜੀਆਂ ਚੋਣਾਂ ਦੇ ਪਹਿਲੇ ਗੇੜ ਦੀ ਸ਼ੁਰੂਆਤ ਹੋ ਰਹੀ ਆ। ਤੋ ਇਹ ਹੈਗਾ ਕਿ BJP ਸਰਕਾਰ ਨੂੰ ਜਿਹੜਾ ਹੈਗਾ ਉਹ ਹਰਾਇਆ ਜਾਵੇ, BJP ਨੂੰ ਸਬਕ ਸਿਖਾਇਆ ਜਿਹੜੀ ਇਹ 3 ਮਾੜੇ ਜਿਹੜੇ ਖੇਤੀ ਕਾਨੂੰਨ ਲੈ ਕੇ ਆਈ ਆ। ਤੋ ਮੂਵਮੈਂਟ ਲਗਾਤਾਰ ਜਿਹੜੀ ਆ ਉਹ ਫੈਲ ਰਹੀ ਆ ਔਰ ਜਿੱਤ ਵਾਲੇ ਪਾਸੇ ਅਸੀਂ ਲਗਾਤਾਰ ਜਿਹੜੇ ਹੈਗੇ ਆ ਉਹ ਵੱਧ ਰਹੇ ਆ। ਨਹੀਂ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਪੱਛਮੀ ਬੰਗਾਲ ਦੇ ਦੌਰੇ 'ਤੇ ਵੀ ਗਏ ਸੀ ਅਤੇ ਉੱਥੋਂ ਦੇ ਕੀ ਹਾਲਾਤ ਆ? ਕੀ ਲੱਗਦਾ ਤੁਹਾਨੂੰ ਵੀ ਹੁਣ ਜਿਹੜੀ BJP ਸਰਕਾਰ ਨੂੰ ਇਹ ਵੋਟਾਂ ਦੇ ਵਿੱਚ ਨੁਕਸਾਨ ਹੋਊਗਾ ਜਾਂ ਉਹਨਾਂ ਦੀ ਹਾਰ ਹੋਊਗੀ? ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਅਸੀਂ ਤਾਂ ਬੰਗਾਲ ਦੇ ਵਿੱਚ ਲੋਕਾਂ ਨੂੰ ਇਹ ਅਪੀਲ ਕਰਕੇ ਆਏ ਕਿ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨੀ ਦਾ ਅੰਦੋਲਨ ਚੱਲ ਰਿਹਾ, ਇਹ 'ਚ ਵੱਧ ਚੜ੍ਹ ਕੇ ਭਾਗ ਲਓ। ਦੇਸ਼ ਦੀ ਆਜ਼ਾਦੀ ਲੜਾਈ 'ਚ ਪੰਜਾਬ ਅਤੇ ਬੰਗਾਲ ਦੇ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਤਾਂ ਉਹਨਾਂ ਨੂੰ ਇਹ ਅਪੀਲ ਕੀਤੀ ਕਿ ਜਿਵੇਂ ਅੱਜ ਪੰਜਾਬ ਨੇ ਆਜ਼ਾਦੀ ਦੀ ਲੜਾਈ 'ਚ ਯੋਗਦਾਨ ਪਾਇਆ ਅਤੇ ਅੱਜ ਮੋਦੀ ਸਰਕਾਰ ਦੀਆਂ ਇਹਨਾਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪੰਜਾਬ ਨੇ ਇੱਕ ਵਾਰ ਫਿਰ ਅਗਵਾਈ ਕੀਤੀ ਆ, ਅਤੇ ਬੰਗਾਲ ਨੂੰ ਵੀ ਆਪਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਇਸ ਅੰਦੋਲਨ ਦੇ ਵਿੱਚ ਕੁੱਦਣਾ ਚਾਹੀਦਾ, ਜਿਸ 'ਤੇ ਬੰਗਾਲੀਆਂ ਨੇ ਬਹੁਤ ਜ਼ਬਰਦਸਤ ਹੁੰਗਾਰਾ ਭਰਿਆ। ਔਰ ਉਹਨਾਂ ਨੇ ਇਹ ਵੀ ਕਿਹਾ ਸੀ ਕਿਸਾਨ ਅੰਦੋਲਨ ਦਾ ਹਿੱਸਾ ਵੀ ਬਣਾਂਗੇ ਔਰ BJP ਨੂੰ ਜਿਹੜਾ ਹੈਗਾ ਉਹ ਸਬਕ ਵੀ ਸਿਖਾਵਾਂਗੇ ਔਰ BJP ਨੂੰ ਹਰਾਵਾਂਗੇ। ਇਹ ਤਾਂ ਖੈਰ ਪਤਾ ਲੱਗ ਹੀ ਗਿਆ ਕਿ ਪੰਜਾਬ ਹੀ ਨਹੀਂ, ਸਾਰੀਆਂ ਸਟੇਟਾਂ ਹੁਣ ਜਿਹੜੀਆਂ ਨਾਲ ਆ, ਸੰਯੁਕਤ ਮੋਰਚੇ ਦੇ ਵੀ ਨਾਲ ਆ, ਲੋਕ ਹਰੇਕ ਸਟੇਟ ਤੋਂ ਹੀ ਉੱਥੇ ਪਹੁੰਚ ਰਹੇ ਆ। ਇਹ ਤਾਂ ਗੱਲ ਹੁਣ ਸਰਕਾਰਾਂ ਨੂੰ ਵੀ ਸਾਬਤ ਹੋ ਗਈ ਆ। ਪਰ ਕੁਛ ਪਿੰਡਾਂ ਦੇ ਵਿੱਚ ਹਾਲੇ ਨੈਗੇਟਿਵਿਟੀ ਇਹ ਆਈ ਜਾਂਦੀ ਆ ਵੀ ਜਿਹੜਾ ਉੱਥੋਂ ਦਾ ਇਕੱਠ ਆ ਹੁਣ ਘਟ ਗਿਆ ਜਾਂ ਉੱਥੋਂ ਘਟਣਾ ਸ਼ੁਰੂ ਹੋ ਗਿਆ ਜਾਂ ਉੱਥੋਂ ਲੋਕ ਆਉਣ ਲੱਗੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜੇ ਲੋਕਾਂ ਨੂੰ ਇਹ ਲੱਗਦਾ ਇਕੱਠ ਘਟ ਗਿਆ ਫਿਰ ਉਹਨਾਂ ਨੂੰ ਵਧਾਉਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਵੀ ਸੱਚੀ ਇਕੱਠ ਘਟ ਗਿਆ ਅਤੇ ਫਿਰ ਤਾਂ ਮੋਰਚਾ ਆਪਾਂ ਜਿੱਤ ਨਹੀਂ ਸਕਾਂਗੇ, ਕਿਉਂਕਿ ਇਹ ਸਾਡੀ ਹੋਂਦ ਦੀ ਲੜਾਈ ਹੈਗੀ ਹੈ। ਇਸ ਕਰਕੇ ਇਹ ਗੱਲਾਂ ਕਰਨ ਨਾਲੋਂ ਕੁਛ ਪਿੰਡਾਂ ਦੇ ਵਿੱਚ ਹਾਲੇ ਨੈਗੇਟਿਵਿਟੀ ਇਹ ਆਈ ਜਾਂਦੀ ਆ ਵੀ ਜਿਹੜਾ ਉੱਥੋਂ ਦਾ ਇਕੱਠ ਆ ਹੁਣ ਘਟ ਗਿਆ ਜਾਂ ਉੱਥੋਂ ਘਟਣਾ ਸ਼ੁਰੂ ਹੋ ਗਿਆ ਜਾਂ ਉੱਥੋਂ ਲੋਕ ਆਉਣ ਲੱਗੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜੇ ਲੋਕਾਂ ਨੂੰ ਇਹ ਲੱਗਦਾ ਇਕੱਠ ਘਟ ਗਿਆ ਫਿਰ ਉਹਨਾਂ ਨੂੰ ਵਧਾਉਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਵੀ ਸੱਚੀ ਇਕੱਠ ਘਟ ਗਿਆ ਅਤੇ ਫਿਰ ਤਾਂ ਮੋਰਚਾ ਆਪਾਂ ਜਿੱਤ ਨਹੀਂ ਸਕਾਂਗੇ, ਕਿਉਂਕਿ ਇਹ ਸਾਡੀ ਹੋਂਦ ਦੀ ਲੜਾਈ ਹੈਗੀ ਹੈ। ਇਸ ਕਰਕੇ ਇਹ ਗੱਲਾਂ ਕਰਨ ਨਾਲੋਂ ਵੀ ਇਕੱਠ ਘਟ ਗਿਆ ਅਤੇ ਇਕੱਠ ਵਧਾਉਣਾ ਚਾਹੀਦਾ, ਉੱਥੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ। ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਮੋਰਚਾ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ। ਜਿਹੜਾ ਸਿੰਘੂ ਟਿੱਕਰੀ ਦੇ ਐਂਗਲ ਤੋਂ ਸਭ ਕੁਝ ਦੇਖਦੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ, ਜਿਵੇਂ ਪਹਿਲਾਂ ਗੱਲ ਕਹੀ ਆ ਕਿ ਇਹ ਮੂਵਮੈਂਟ ਤਾਂ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕੀ ਹੈ। ਮੂਵਮੈਂਟ ਜਿਹੜੀ ਲਗਾਤਾਰ ਵੱਧ ਰਹੀ ਹੈਗੀ ਆ ਅਤੇ ਲੋਕਾਂ ਨੂੰ ਇਹੀ ਬੇਨਤੀ ਆ ਕਿ ਬੱਚਿਆਂ ਨੂੰ ਕਹਿਣ ਵੀ ਉਹ ਗਰਮੀਆਂ ਦੀਆਂ ਛੁੱਟੀਆਂ ਸਿੰਘੂ ਅਤੇ ਟਿੱਕਰੀ ਬਤੀਤ ਕਰਨ। ਪੰਜਾਬ ਦੇ ਅਧਿਆਪਕ ਵਰਗ ਨੂੰ ਵੀ ਬੇਨਤੀ ਹੈ ਕਿ ਸਿੰਘੂ ਅਤੇ ਟਿੱਕਰੀ ਆਪਣੀਆਂ ਛੁੱਟੀਆਂ ਬਤੀਤ ਕਰਨ ਔਰ ਹਾੜੀ ਦੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਵਾਰੀਆਂ ਬੰਨ੍ਹ ਕੇ ਉੱਥੇ ਜਾਣ, ਤਾਂ ਕਿ ਗਿਣਤੀ ਜਿਹੜੀ ਹੁਣ ਤਾਂ ਨਹੀਂ ਘਟੇਗੀ। ਹਾੜੀ ਜਾਂ ਝੋਨੇ ਦੀ ਬਿਜਾਈ ਵੇਲੇ ਜੇ ਗਿਣਤੀ ਘਟਦੀ ਆ ਤਾਂ ਸਰਕਾਰ ਜਿਹੜੀ ਉਦੋਂ ਜ਼ਬਰ ਢਾਹ ਸਕਦੀ ਹੈ। ਇਸ ਕਰਕੇ ਗਿਣਤੀ ਜਿਹੜੀ ਆ ਕਿ ਉੱਥੇ ਵੱਧ ਤੋਂ ਵੱਧ ਬਣਾ ਕੇ ਰੱਖੀਏ ਤਾਂ ਜੋ ਆਪਾਂ ਕਾਨੂੰਨ ਜਿਹੜੇ ਆ ਉਹ ਰੱਦ ਕਰਵਾ ਸਕੀਏ। ਵੈਸੇ ਤਾਂ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ। ਪਿਛਲਾ 8 ਮਾਰਚ ਦਾ ਪ੍ਰੋਗਰਾਮ ਵੀ ਅਸੀਂ ਦੇਖਿਆ ਸੀ, ਬਹੁਤ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਜਿਹੜੀਆਂ ਉੱਥੇ ਪਹੁੰਚੀਆਂ ਸੀ। ਹੁਣ ਦਾ ਕੀ ਹੈ ਉੱਥੇ ਪ੍ਰੋਗਰਾਮ? ਜਿਹੜਾ ਬੀਬੀਆਂ ਉੱਥੇ ਭਾਰੀ ਗਿਣਤੀ 'ਚ ਰਹਿ ਵੀ ਰਹੀਆਂ ਕਿ ਵਾਪਸ ਆ ਜਾਂਦੇ? ਦੇਖੋ, ਜਿਹੜੇ ਤਾਂ ਕਿਸੇ ਵਿਸ਼ੇਸ਼ ਪ੍ਰੋਗਰਾਮ ਲਈ ਜਾਂਦੇ ਆ ਉਹ 'ਚ ਕਾਫੀ ਹਿੱਸਾ ਵਾਪਸ ਆ ਜਾਂਦਾ, ਪਰ ਫਿਰ ਵੀ ਲੋਕ ਲਗਾਤਾਰ ਵਾਰੀਆਂ ਬੰਨ੍ਹ ਕੇ ਉੱਥੇ ਜਾ ਰਹੇ ਆ। ਔਰਤਾਂ ਜਿਹੜੀਆਂ ਮਾਈ ਭਾਈ ਆ, ਸਾਰੇ ਲੋਕ ਲਗਾਤਾਰ ਉੱਥੇ ਰਹਿ ਰਹੇ ਹੈਗੇ। ਕੋਈ ਹਫ਼ਤੇ ਲਈ ਜਾਂਦਾ, ਕੋਈ 10 ਦਿਨਾਂ ਲਈ ਜਾਂਦਾ। ਹੁਣ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ 22 ਮਾਰਚ ਨੂੰ ਇੱਕ ਮੋਟਰਸਾਈਕਲ ਮਾਰਚ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ 'ਚ ਅਲੱਗ-ਅਲੱਗ ਥਾਵਾਂ ਤੋਂ ਦਿੱਲੀ ਨੂੰ ਜਿਹੜੇ ਨੌਜਵਾਨ ਤੋਰ ਰਹੇ ਆ, ਹੁਸੈਨੀ ਵਾਲੇ ਦੀ ਮਿੱਟੀ ਲੈ ਕੇ, ਜਿੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸੰਸਕਾਰ ਹੋਇਆ। ਖਟਕੜ ਕਲਾਂ ਜਿੱਥੇ ਭਗਤ ਸਿੰਘ ਦਾ ਜਨਮ ਹੋਇਆ। ਜਲ੍ਹਿਆਂਵਾਲੇ ਬਾਗ ਦੀ ਮਿੱਟੀ ਜਿੱਥੇ ਸਾਡੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ।
ਫਤਿਹਗੜ੍ਹ ਸਾਹਿਬ ਸਰਹੰਦ ਤੋਂ ਮਿੱਟੀ ਲੈ ਕੇ ਜਾਣੀ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਹੈਗੀ ਆ ਸ਼ਹਾਦਤ ਹੋਈ ਆ। ਸੁਨਾਮ, ਜਿੱਥੇ ਸ਼ਹੀਦ ਊਧਮ ਸਿੰਘ ਦਾ ਜਨਮ ਹੋਇਆ। ਤੋਂ ਅਲੱਗ-ਅਲੱਗ ਥਾਵਾਂ ਤੋਂ ਮਿੱਟੀ ਲੈ ਕੇ ਇਹਨਾਂ ਇਤਿਹਾਸਕ ਸਥਾਨਾਂ ਦੀ ਜਿਹੜੀ ਆ 22 ਮਾਰਚ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਅਗਵਾਈ 'ਚ, ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਜਿਹੜੇ ਹੈਗੇ ਆ ਦਿੱਲੀ ਮੋਰਚੇ ਨੂੰ ਚਾਲੇ ਪਾ ਰਹੇ। ਔਰ 23 ਮਾਰਚ ਨੂੰ ਜਿਹੜਾ ਸ਼ਹੀਦੀ ਦਿਹਾੜਾ, ਉੱਥੇ ਵੱਡੀ ਗਿਣਤੀ 'ਚ ਲੋਕ ਜਿਹੜੇ ਹੈਗੇ ਸਿੰਘੂ ਅਤੇ ਟਿੱਕਰੀ ਦੇ ਬਾਰਡਰਾਂ 'ਤੇ ਉਹ ਮਨਾਉਣਗੇ। ਜਿਹੜੇ ਅਗਲੇ ਪ੍ਰੋਗਰਾਮ ਸੰਯੁਕਤ ਮੋਰਚੇ ਦੇ ਕੀ ਆ? ਮੈਂ ਦੱਸਤਾ ਜੀ, ਇੱਕ ਤਾਂ 23 ਤਰੀਕ ਨੂੰ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉੱਥੇ ਵੱਡੀ ਗਿਣਤੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਨਾਇਆ ਜਾ ਰਿਹਾ ਕਿ ਇਹ ਸੰਯੁਕਤ ਮੋਰਚੇ ਵੱਲੋਂ? ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ। ਉਹ 'ਚ ਕਿਰਤੀ ਕਿਸਾਨ ਯੂਨੀਅਨ ਇਸ ਤਰ੍ਹਾਂ ਸ਼ਮੂਲੀਅਤ ਕਰ ਰਹੀ, ਜਿਹੜੀ ਯੂਥ ਵਿੰਗ ਦੀ ਅਗਵਾਈ 'ਚ, ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ ਜਿਹੜੇ ਹੈਗੇ ਆ ਦਿੱਲੀ ਮੋਰਚੇ ਨੂੰ ਚਾਲੇ ਪਾ ਰਹੇ। ਔਰ 23 ਮਾਰਚ ਨੂੰ ਜਿਹੜਾ ਸ਼ਹੀਦੀ ਦਿਹਾੜਾ, ਉੱਥੇ ਵੱਡੀ ਗਿਣਤੀ 'ਚ ਲੋਕ ਜਿਹੜੇ ਹੈਗੇ ਸਿੰਘੂ ਅਤੇ ਟਿੱਕਰੀ ਦੇ ਬਾਰਡਰਾਂ 'ਤੇ ਉਹ ਮਨਾਉਣਗੇ। ਜਿਹੜੇ ਅਗਲੇ ਪ੍ਰੋਗਰਾਮ ਸੰਯੁਕਤ ਮੋਰਚੇ ਦੇ ਕੀ ਆ? ਮੈਂ ਦੱਸਤਾ ਜੀ, ਇੱਕ ਤਾਂ 23 ਤਰੀਕ ਨੂੰ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉੱਥੇ ਵੱਡੀ ਗਿਣਤੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਮਨਾਇਆ ਜਾ ਰਿਹਾ ਕਿ ਇਹ ਸੰਯੁਕਤ ਮੋਰਚੇ ਵੱਲੋਂ? ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ। ਉਹ 'ਚ ਕਿਰਤੀ ਕਿਸਾਨ ਯੂਨੀਅਨ ਇਸ ਤਰ੍ਹਾਂ ਸ਼ਮੂਲੀਅਤ ਕਰ ਰਹੀ, ਜਿਹੜੀ ਮੈਂ ਤੁਹਾਨੂੰ ਦੱਸਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਹੀ ਦੇਸ਼ ਪੱਧਰੀ ਜਿਹੜਾ ਸਮਾਗਮ ਹੈਗੇ ਆ ਉੱਥੇ ਸਿੰਘੂ ਟਿੱਕਰੀ ਤੇ ਗਾਜੀਪੁਰ ਕੀਤੇ ਜਾ ਰਹੇ 23 ਮਾਰਚ ਨੂੰ। ਔਰ 26 ਮਾਰਚ ਨੂੰ ਪੂਰਾ ਭਾਰਤ ਜਿਹੜਾ ਹੈਗਾ ਮੁਕੰਮਲ ਰੂਪ 'ਚ ਉਹ ਬੰਦ ਕੀਤਾ ਜਾ ਰਿਹਾ। ਨਹੀਂ, ਕੁਝ ਪਿੰਡਾਂ ਦੇ ਵਿੱਚ ਨੈਗੇਟਿਵਿਟੀਆਂ ਫੈਲਦੀਆਂ, ਕਿਉਂਕਿ ਜ਼ਿਆਦਾਤਰ ਅਸੀਂ ਪਿੰਡਾਂ ਦੇ ਵਿੱਚ ਹੀ ਦੇਖਦੇ ਹਾਂ ਵੀ ਉੱਥੇ ਇਹ ਸੁਣਨ ਦੇ ਵਿੱਚ ਆਇਆ ਵੀ ਕੁਝ ਜਥੇਬੰਦੀਆਂ ਦੇ ਆਪੋ ਆਪਣੇ ਵਿਚਾਰ ਅਲੱਗ ਹੋ ਗਈਆਂ ਕਿ 32 ਜਥੇਬੰਦੀਆਂ ਜਿਹੜੀਆਂ ਇਕੱਠੀਆਂ ਹੀ ਪੰਜਾਬ ਦੀਆਂ। ਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਜਥੇਬੰਦੀਆਂ ਇੱਕ ਸੁਰ ਨੇ, ਇੱਕ ਮਤ ਨੇ, ਇਹੋ ਜਿਹੀ ਕੋਈ ਗੱਲ ਨਹੀਂ। ਇਹ ਸਿਰਫ ਅਫਵਾਹਾਂ ਜਿਹੜੀਆਂ ਨੇ ਬੀਜੇਪੀ ਦੇ IT ਸੈੱਲ ਵੱਲੋਂ ਤੇ ਹੋਰ ਲੋਕਾਂ ਵੱਲੋਂ ਜਿਹੜੀਆਂ ਨੇ ਉਹ ਫੈਲਾਈਆਂ ਜਾ ਰਹੀਆਂ ਨੇ। ਠੀਕ ਹੈ, ਅਤੇ ਅੱਜ ਦੇ ਹੁਣ ਤੁਸੀਂ ਇੱਥੇ ਆਏ ਹੋ ਅਤੇ ਕੀ ਹੁਣ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਸਾਡੇ ਜਿਹੜੇ ਮਾਧਿਅਮ ਦੇ ਰਾਹੀਂ? ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਇਹ ਇੱਕ ਇਤਿਹਾਸਕ ਸੰਘਰਸ਼ ਆ। ਔਰ ਇਹੋ ਜਿਹੇ ਸੁਨਹਿਰੀ ਮੌਕੇ ਬਹੁਤ ਹੀ ਖੁਸ਼ਕਿਸਮਤ ਲੋਕਾਂ ਨੂੰ ਮਿਲਦੇ ਆ ਕਿ ਅਸੀਂ ਕਿਸੇ ਇਤਿਹਾਸਕ ਲਹਿਰ ਦਾ ਹਿੱਸਾ ਬਣਨ। ਤੋਂ ਅਸੀਂ ਸਾਰੇ ਖੁਸ਼ਕਿਸਮਤ ਕਿ ਇੱਕ ਇਤਿਹਾਸ ਸਾਡੇ ਸਾਹਮਣੇ ਸਿਰਜਿਆ ਜਾ ਰਿਹਾ। ਤੋਂ ਅਸੀਂ ਇਸ ਇਤਿਹਾਸ ਦੇ ਦਰਸ਼ਕ ਨਾ ਬਣੀਏ, ਪਾਤਰ ਬਣੀਏ, ਵੱਧ ਚੜ੍ਹ ਕੇ 'ਚ ਸ਼ਮੂਲੀਅਤ ਕਰੀਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਸ ਸੰਘਰਸ਼ ਦੀਆਂ ਬਾਤਾਂ ਪਾਉਣ ਤੋਂ ਦੱਸ ਸਕਣ ਕਿ ਸਾਡੇ ਬਜ਼ੁਰਗ, ਸਾਡੇ ਵੀਰ, ਸਾਡੇ ਮਾਪੇ ਜਾਂ ਸਾਡੇ ਦਾਦੇ ਵੀ ਉਹ ਉਸ ਸੰਘਰਸ਼ ਦੇ ਵਿੱਚ ਇੰਨਾ ਸਮਾਂ ਜਿਹੜਾ ਲਾ ਕੇ ਆਏ ਸੀਗੇ। ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਜਿਹੜੀ ਹੈਗੀ ਚੰਗੀ ਪ੍ਰੇਰਨਾ ਉਹਨਾਂ ਸਾਹਮਣੇ ਰੱਖ ਸਕੀਏ। ਔਰ ਇਹ ਪ੍ਰੇਰਨਾ ਸਰੋਤ ਸਾਡਾ ਸੰਘਰਸ਼ ਆ। ਆਓ ਇਸ ਇਤਿਹਾਸਕ ਲਹਿਰ 'ਚ ਸਾਰੇ ਵੱਧ ਚੜ੍ਹ ਕੇ ਜਿਹੜਾ ਯੋਗਦਾਨ ਪਾਈਏ, ਵੱਧ ਚੜ੍ਹ ਕੇ ਮੋਰਚਿਆਂ ਨੂੰ ਜਿਹੜੀ ਹੈਗੀ ਆ ਮਜ਼ਬੂਤ ਕਰੀਏ। ਇਹੀ ਬੇਨਤੀ ਕਰਨੀ ਹੈ। ਤੁਸੀਂ ਲੰਮੇ ਸਮੇਂ ਤੋਂ ਉੱਥੇ ਰਹੇ ਹੋ, ਦਿਨ ਰਾਤ ਇੱਕ ਕਰਕੇ ਪਰਿਵਾਰ ਸਮੇਤ ਉੱਥੇ ਹਾਜ਼ਰੀ ਲਵਾਈ ਜਾਂਦੇ ਆ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਨੇ ਜਿਹੜਾ ਅੜੀਅਲ ਰੁੱਖ ਆ ਪਹਿਲਾਂ ਨਾਲੋਂ ਨਰਮ ਕੀਤਾ? ਨਹੀਂ, ਦੇਖੋ, ਸਾਡਾ ਕੰਮ ਹੈਗਾ ਸੰਘਰਸ਼ ਕਰਨਾ। ਔਰ ਜਿੰਨਾ ਸਮਾਂ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਅਸੀਂ ਉਹਨਾਂ ਸਮਾਂ ਸੰਘਰਸ਼ ਜਿਹੜਾ ਕਰਦੇ ਰਹਾਂਗੇ। ਸਰਕਾਰਾਂ ਦਾ ਰੁੱਖ ਤਾਂ ਹਮੇਸ਼ਾ ਹੀ ਅੜੀਅਲ ਰਹਿੰਦਾ। ਸਰਕਾਰਾਂ ਕਦੇ ਵੀ ਲੋਕਾਂ ਦੀ ਗੱਲ, ਮੰਗ ਪੱਤਰਾਂ ਤਾਂ ਮੰਨਦੀ ਨਹੀਂ ਗੀ। ਤਾਂ ਹੁਣ ਜਿਵੇਂ ਬੀਜੇਪੀ ਦੇ ਖਿਲਾਫ ਵੱਡੀ ਮੂਵਮੈਂਟ ਬਣ ਰਹੀ ਆ, ਪੰਜਾਬ 'ਚੋਂ ਬੀਜੇਪੀ ਖਤਮ ਹੋਣ ਵਾਲੇ ਪਾਸੇ ਆ, ਹਰਿਆਣੇ 'ਚੋਂ ਖਤਮ ਹੋਣ ਵਾਲੇ ਪਾਸੇ ਆ, ਹੁਣ ਯੂਪੀ 'ਚ ਮੂਵਮੈਂਟ ਵੱਧ ਗਈ ਹੈਗੀ ਆ। ਤਾਂ ਬੀਜੇਪੀ ਦੇ ਅੰਦਰੋਂ ਵੀ ਜਿਹੜੀਆਂ ਨੇ ਉਸ ਤਰ੍ਹਾਂ ਦੀਆਂ ਸੁਰਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਨੇ। ਬੀਜੇਪੀ ਦੇ ਅੰਦਰ ਵੀ ਘਬਰਾਹਟ ਆ। ਤਾਂ ਜਿਵੇਂ ਮੂਵਮੈਂਟ ਮਜ਼ਬੂਤ ਹੋਊਗੀ, ਸਾਡੇ ਕੋਲੇ ਤਾਂ ਸਿਰਫ ਇੱਕੋ ਹੱਲ ਹੈ ਕਿ ਅਸੀਂ ਸੰਘਰਸ਼ ਨੂੰ ਤੇਜ਼ ਕਰੀਏ। ਜਿਵੇਂ ਸੰਘਰਸ਼ ਤੇਜ਼ ਹੋ ਰਿਹਾ, ਜਿਹੜੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗੇ ਕਿ ਇਹ ਇੱਕ ਇਤਿਹਾਸਕ ਸੰਘਰਸ਼ ਆ। ਔਰ ਇਹੋ ਜਿਹੇ ਸੁਨਹਿਰੀ ਮੌਕੇ ਬਹੁਤ ਹੀ ਖੁਸ਼ਕਿਸਮਤ ਲੋਕਾਂ ਨੂੰ ਮਿਲਦੇ ਆ ਕਿ ਅਸੀਂ ਕਿਸੇ ਇਤਿਹਾਸਕ ਲਹਿਰ ਦਾ ਹਿੱਸਾ ਬਣਨ। ਤੋਂ ਅਸੀਂ ਸਾਰੇ ਖੁਸ਼ਕਿਸਮਤ ਕਿ ਇੱਕ ਇਤਿਹਾਸ ਸਾਡੇ ਸਾਹਮਣੇ ਸਿਰਜਿਆ ਜਾ ਰਿਹਾ। ਤੋਂ ਅਸੀਂ ਇਸ ਇਤਿਹਾਸ ਦੇ ਦਰਸ਼ਕ ਨਾ ਬਣੀਏ, ਪਾਤਰ ਬਣੀਏ, ਵੱਧ ਚੜ੍ਹ ਕੇ 'ਚ ਸ਼ਮੂਲੀਅਤ ਕਰੀਏ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਸ ਸੰਘਰਸ਼ ਦੀਆਂ ਬਾਤਾਂ ਪਾਉਣ ਤੋਂ ਦੱਸ ਸਕਣ ਕਿ ਸਾਡੇ ਬਜ਼ੁਰਗ, ਸਾਡੇ ਵੀਰ, ਸਾਡੇ ਮਾਪੇ ਜਾਂ ਸਾਡੇ ਦਾਦੇ ਵੀ ਉਹ ਉਸ ਸੰਘਰਸ਼ ਦੇ ਵਿੱਚ ਇੰਨਾ ਸਮਾਂ ਜਿਹੜਾ ਲਾ ਕੇ ਆਏ ਸੀਗੇ। ਆਪਣੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਸੀਂ ਜਿਹੜੀ ਹੈਗੀ ਚੰਗੀ ਪ੍ਰੇਰਨਾ ਉਹਨਾਂ ਸਾਹਮਣੇ ਰੱਖ ਸਕੀਏ। ਔਰ ਇਹ ਪ੍ਰੇਰਨਾ ਸਰੋਤ ਸਾਡਾ ਸੰਘਰਸ਼ ਆ। ਆਓ ਇਸ ਇਤਿਹਾਸਕ ਲਹਿਰ 'ਚ ਸਾਰੇ ਵੱਧ ਚੜ੍ਹ ਕੇ ਜਿਹੜਾ ਯੋਗਦਾਨ ਪਾਈਏ, ਵੱਧ ਚੜ੍ਹ ਕੇ ਮੋਰਚਿਆਂ ਨੂੰ ਜਿਹੜੀ ਹੈਗੀ ਆ ਮਜ਼ਬੂਤ ਕਰੀਏ। ਇਹੀ ਬੇਨਤੀ ਕਰਨੀ ਹੈ। ਤੁਸੀਂ ਲੰਮੇ ਸਮੇਂ ਤੋਂ ਉੱਥੇ ਰਹੇ ਹੋ, ਦਿਨ ਰਾਤ ਇੱਕ ਕਰਕੇ ਪਰਿਵਾਰ ਸਮੇਤ ਉੱਥੇ ਹਾਜ਼ਰੀ ਲਵਾਈ ਜਾਂਦੇ ਆ। ਕੀ ਲੱਗਦਾ ਤੁਹਾਨੂੰ ਕਿ ਸਰਕਾਰ ਨੇ ਜਿਹੜਾ ਅੜੀਅਲ ਰੁੱਖ ਆ ਪਹਿਲਾਂ ਨਾਲੋਂ ਨਰਮ ਕੀਤਾ? ਨਹੀਂ, ਦੇਖੋ, ਸਾਡਾ ਕੰਮ ਹੈਗਾ ਸੰਘਰਸ਼ ਕਰਨਾ।
ਔਰ ਜਿੰਨਾ ਸਮਾਂ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਅਸੀਂ ਉਨਾ ਸਮਾਂ ਸੰਘਰਸ਼ ਜਿਹੜਾ ਕਰਦੇ ਰਹਾਂਗੇ। ਸਰਕਾਰਾਂ ਦਾ ਰੁਖ ਤਾਂ ਹਮੇਸ਼ਾ ਹੀ ਅੜੀਅਲ ਰਹਿੰਦਾ। ਸਰਕਾਰਾਂ ਕਦੇ ਵੀ ਲੋਕਾਂ ਦੀ ਗੱਲ ਮੰਗ ਪੱਤਰਾਂ ਤਾਂ ਮੰਨਦੀ ਨਹੀਂ ਗੀ। ਤਾਂ ਹੁਣ ਜਿਵੇਂ ਜਿਵੇਂ ਬੀਜੇਪੀ ਦੇ ਖਿਲਾਫ ਵੱਡੀ ਮੂਵਮੈਂਟ ਬਣ ਰਹੀ ਆ, ਪੰਜਾਬ 'ਚੋਂ ਬੀਜੇਪੀ ਖਤਮ ਹੋਣ ਵਾਲੇ ਪਾਸੇ ਆ, ਹਰਿਆਣੇ 'ਚੋਂ ਖਤਮ ਹੋਣ ਵਾਲੇ ਪਾਸੇ ਆ, ਹੁਣ ਯੂਪੀ 'ਚ ਮੂਵਮੈਂਟ ਵੱਧ ਗਈ ਹੈਗੀ ਆ। ਤਾਂ ਬੀਜੇਪੀ ਦੇ ਅੰਦਰੋਂ ਵੀ ਜਿਹੜੀਆਂ ਨੇ ਉਸ ਤਰ੍ਹਾਂ ਦੀਆਂ ਸੁਰਾਂ ਉੱਠ ਰਹੀਆਂ ਸ਼ੁਰੂ ਹੋ ਗਈਆਂ ਨੇ। ਬੀਜੇਪੀ ਦੇ ਅੰਦਰ ਵੀ ਘਬਰਾਹਟ ਆ। ਤਾਂ ਜਿਵੇਂ ਜਿਵੇਂ ਮੂਵਮੈਂਟ ਮਜ਼ਬੂਤ ਹੋਊਗੀ, ਸਾਡੇ ਕੋਲੇ ਤਾਂ ਸਿਰਫ ਇੱਕੋ ਹੱਲ ਹੈ ਕਿ ਅਸੀਂ ਸੰਘਰਸ਼ ਨੂੰ ਤੇਜ਼ ਕਰੀਏ। ਜਿਵੇਂ ਜਿਵੇਂ ਸੰਘਰਸ਼ ਤੇਜ਼ ਹੋ ਰਿਹਾ ਉਵੇਂ ਉਵੇਂ ਬੀਜੇਪੀ ਦੀ ਸਿਆਸੀ ਜ਼ਮੀਨ ਖੁੱਸ ਰਹੀ ਆ ਔਰ ਉਵੇਂ ਹੀ ਉਹਨੇ ਜਿਹੜਾ ਪਿੱਛੇ ਆ ਉਹ ਹਟਣਾ ਹੈਗਾ। ਨਹੀਂ, ਤੁਸੀਂ ਹੁਣ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾ ਰਹੇ ਹੋ ਲਗਾਤਾਰ, ਤੇ ਪਰ ਬੀਜੇਪੀ ਤਾਂ ਹਾਲੇ ਵੀ ਇਹ ਗੱਲ ਦਾ ਵਾਅਦਾ ਕਰੀ ਜਾਂਦੇ ਪੰਜਾਬ ਦੇ ਵਿੱਚ ਵੀ ਅਸੀਂ ਸਰਕਾਰ ਬਣਾਵਾਂਗੇ, ਜਾਂ ਜਿਹੜੇ ਸੂਬਿਆਂ 'ਚ ਹੁਣ 27 ਮਾਰਚ ਨੂੰ ਸ਼ੁਰੂ ਹੋ ਰਹੀਆਂ ਉੱਥੇ ਵੀ ਹੁਣ ਪੱਛਮੀ ਬੰਗਾਲ ਦੇ ਵਿੱਚ ਵੀ ਕਹਿ ਰਹੇ ਉਹ 200 ਤੋਂ ਪਲੱਸ ਅਸੀਂ ਜਿਹੜੀਆਂ ਸੀਟਾਂ ਲਿਜਾਵਾਂਗੇ। ਕੀ ਲੱਗਦਾ ਵੀ ਲੋਕ ਹੁਣ ਨਕਾਰਨਗੇ ਬੀਜੇਪੀ ਸਰਕਾਰ ਨੂੰ? ਨਹੀਂ ਦੇਖੋ, ਬੀਜੇਪੀ ਨੂੰ ਦਾਅਵਾ ਕਰਨ ਤੋਂ ਤਾਂ ਆਪਾਂ ਰੋਕ ਨਹੀਂ ਸਕਦੇ ਕਿ ਦਾਅਵਾ ਤਾਂ ਕਰ ਹੀ ਸਕਦੇ ਆ। ਉਹ ਇਹਨਾਂ ਨੇ ਇਹ ਵੀ ਕਿਹਾ ਸੀ ਵੀ ਅਸੀਂ 15 ਲੱਖ ਖਾਤਿਆਂ 'ਚ ਪਵਾਵਾਂਗੇ, ਉਹਨਾਂ ਨੇ ਇਹ ਵੀ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ। ਉਹ ਤਾਂ ਬਹੁਤ ਕੁਝ ਕਹਿ ਰਹੇ ਹੈਗੇ ਆ, ਪਰ ਉਹਨਾਂ ਦੀ ਹਕੀਕਤ ਜਿਹੜੀ ਆ ਉਹ ਸਭ ਦੇ ਸਾਹਮਣੇ ਆ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਇਤਿਹਾਸ ਦੇ ਸਭ ਤੋਂ ਹੁਣ ਤੱਕ ਦੇ ਸਭ ਤੋਂ ਵੱਧ ਝੂਠ ਮਾਰਨ ਵਾਲੇ ਵਿਅਕਤੀ ਹੈਗੇ ਆ। ਤਾਂ ਬੀਜੇਪੀ ਜਿਹੜੀ ਹੈਗੀ ਹੈ ਝੂਠ 'ਤੇ ਖੜੀ ਆ, ਪਰ ਝੂਠ ਜਿਹੜਾ ਲਗਾਤਾਰ ਲੋਕਾਂ ਸਾਹਮਣੇ ਜਿਹੜਾ ਬੇਪਰਦਾ ਹੁੰਦਾ ਜਾ ਰਿਹਾ। ਤੇ ਹੁਣ ਕੇਂਦਰ ਦੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਹੁਣ ਤਾਂ ਮੰਨ ਜਾਣਾ ਚਾਹੀਦਾ, ਕਾਫੀ ਟਾਈਮ ਹੋ ਗਿਆ? ਨਹੀਂ, ਕੇਂਦਰ ਸਰਕਾਰ ਨੂੰ ਤਾਂ ਆਪਾਂ ਕੀ ਮੈਸੇਜ ਦੇਣਾ ਹੈਗਾ? ਉਹਦੇ ਖਿਲਾਫ ਤਾਂ ਲੜਾਈ ਹੈਗੀ ਹੈ। ਮੈਸੇਜ ਤਾਂ ਲੋਕਾਂ ਨੂੰ ਆ ਕਿ ਲੜਾਈ ਮਜ਼ਬੂਤ ਕਰੋ। ਜੇ ਲੜਾਈ ਮਜ਼ਬੂਤ ਹੋਊਗੀ ਤਾਂ ਹੀ ਜਿੱਤਾਂਗੇ। ਬਹੁਤ ਬਹੁਤ ਮਿਹਰਬਾਨੀ। ਸਾਡੇ ਨਾਲ ਸਨ ਰਜਿੰਦਰ ਸਿੰਘ ਜੀ, ਦੀਪ ਸਿੰਘ ਵਾਲਾ।